ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅਸੀਂ ਪੰਜਾਬੀ ਲੋਕ ਨਾਚਾਂ ਦੀ ਇੱਕ ਲੜੀ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਅਤੇ ਕ੍ਰਮ ਅਨੁਸਾਰ ਅਸੀਂ ਅਗਲਾ ਜਿਹੜਾ ਲੋਕ ਨਾਚ ਹੈ ਉਹ ਹੈ ਮਰਦਾਂ ਦਾ ਗਿੱਧਾ। ਉੱਪਰ ਅਸੀਂ ਔਰਤਾਂ ਦੇ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਦੇ ਹਿਸਾਬ ਨਾਲ ਵੀਡੀਓ ਬਣਾਈ ਹੈ। ਇਸ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਮਰਦਾਂ ਦਾ ਜੋ ਗਿੱਧਾ ਹੈ ਉਹਦਾ ਪਿਛੋਕੜ ਕੀ ਹੈ, ਇਹ ਮਰਦਾਂ ਦੇ ਗਿੱਧੇ ਨੂੰ ਕਿਵੇਂ ਨੱਚਿਆ ਜਾਂਦਾ ਹੈ, ਮਰਦਾਂ ਦੇ ਗਿੱਧੇ ਦੀ ਅੱਗੇ ਕਿਹੜੀ ਕਿਹੜੀ ਵੰਨਗੀ ਬਣਦੀ ਹੈ, ਉਸ ਨੂੰ ਅਸੀਂ ਇਸ ਵੀਡੀਓ ਦੇ ਭਾਗ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਆਓ ਅਸੀਂ ਪੜ੍ਹਦੇ ਹਾਂ ਮਰਦਾਂ ਦਾ ਗਿੱਧਾ। ਮਾਲਵੇ ਵਿੱਚ ਮਰਦਾਂ ਦਾ ਗਿੱਧਾ ਪ੍ਰਚਲਿਤ ਹੈ। ਇਸ ਨੂੰ ਚੋਬਰਾਂ ਦਾ ਗਿੱਧਾ ਭਾਵ ਮਲਵਈਆਂ ਦਾ ਗਿੱਧਾ ਵੀ ਆਖਿਆ ਜਾਂਦਾ ਹੈ। ਸਮੂਹ ਨਚਾਰ ਬੋਲੀ ਪਾਉਣ ਤੋਂ ਇਲਾਵਾ ਅਲਗੋਜੇ, ਢੋਲਕ, ਚਿਮਟੇ, ਸੀਟੀ, ਗੜਵੇ, ਛੈਣੇ, ਬਾਲਟੀ ਆਦਿ ਦੀ ਵਰਤੋਂ ਕਰਦੇ ਹਨ। ਇਸ ਲੋਕ ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਵਧੇਰੇ ਹੁੰਦੀ ਹੈ। ਇਹਨਾਂ ਬੋਲੀਆਂ ਦੇ ਵਿਸ਼ੇ ਦੁਨੀਆ ਦੀ ਨਾਸ਼ਮਾਨਤਾ। ਅਸੀਂ 11ਵੀਂ ਜਮਾਤ ਦੇ ਵਿੱਚ ਮਲਵਈ ਗਿੱਧੇ ਜਾਂ ਮਰਦਾਂ ਦੇ ਗਿੱਧੇ ਬਾਰੇ, ਮਰਦਾਂ ਦੀਆਂ ਕਿਹੋ ਜਿਹੀਆਂ ਬੋਲੀਆਂ ਹੁੰਦੀਆਂ ਹਨ ਉਹਨਾਂ ਨੂੰ ਤੁਹਾਨੂੰ ਪੜ੍ਹਾਇਆ ਹੈ। ਸੋ ਜੇਕਰ ਤੁਸੀਂ ਮਲਵਈ ਗਿੱਧੇ ਦੀਆਂ ਬੋਲੀਆਂ ਬਾਰੇ ਜਾਣਨਾ ਹੈ ਤਾਂ ਆਪਣੀ 11ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਇਹਨਾਂ ਬੋਲੀਆਂ ਨੂੰ, ਜਿਹੜੀਆਂ ਦੀ ਕੈਟਾਗਰੀ ਹੈ ਛੋਟੀਆਂ ਬੋਲੀਆਂ ਅਤੇ ਲੰਮੀਆਂ ਬੋਲੀਆਂ ਦੇ ਵਿੱਚ ਜ਼ਰੂਰ ਵੇਖ ਸਕਦੇ ਹੋ। ਇਹਨਾਂ ਬੋਲੀਆਂ ਦੇ ਵਿੱਚ ਜੋ ਮਲਵਈ ਗਿੱਧੇ ਦੇ ਵਿੱਚ ਮਰਦ ਪਾਉਂਦੇ ਹਨ ਉਹਨਾਂ ਵਿੱਚ ਦੁਨੀਆ ਦੀ ਨਾਸ਼ਮਾਨਤਾ, ਰੱਬ ਦੀ ਹੋਂਦ, ਪ੍ਰੇਮ ਪਿਆਰ, ਇਸ ਪ੍ਰਤੀ ਖਿੱਚ ਅਤੇ ਇਲਾਕਾ ਕਾਈ ਮਾਣ ਤੋਂ ਛੁੱਟ ਹੋਰ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਿਆਂ ਨਾਲ ਵੀ ਸੰਬੰਧਿਤ ਹੁੰਦੇ ਹਨ। ਇਹਨਾਂ ਬੋਲੀਆਂ ਦੇ ਵਿੱਚ ਸਾਡੇ ਸਮਾਜਿਕ ਜੀਵਨ ਦੀ ਗੱਲਬਾਤ ਹੁੰਦੀ ਹੈ। ਮਰਦਾਂ ਦੇ ਬਲਬਲੇ ਹੁੰਦੇ ਹਨ। ਮਰਦਾਂ ਦੀ ਜੋ ਇੱਛਾ ਹੈ ਉਹ ਮਰਦਾਂ ਦੀ ਪ੍ਰਾਪਤੀ ਹੈ। ਜੋ ਮਰਦਾਂ ਤੋਂ ਕੁਝ ਚੀਜ਼ਾਂ ਹੋਣੋਂ ਰਹਿ ਗਈਆਂ ਜਾਂ ਜੋ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਬੋਲੀਆਂ ਦੇ ਰੂਪ ਦੇ ਵਿੱਚ ਇਹ ਮਲਵਈ ਗਿੱਧੇ ਦੇ ਵਿੱਚ ਪਾਉਂਦੇ ਹਨ। ਮਲਵਈ ਗਿੱਧਾ ਇੱਕ ਟੋਲੀ ਦੇ ਵਿੱਚ ਮਰਦ ਔਰਤਾਂ ਦੀ ਤਰ੍ਹਾਂ ਦੋ ਦਾ ਜਿਹੜਾ ਪੇਅਰ ਕਰਕੇ ਸੈਂਟਰ ਵਿੱਚ ਆਉਂਦੇ ਨੇ, ਬੋਲੀ ਪਾਉਂਦੇ ਨੇ ਅਤੇ ਉਹਦੇ ਉੱਪਰ ਬੜੀਆਂ ਸਰੀਰਕ ਕਲਾਵਾਂ ਰਾਹੀਂ, ਜਿਵੇਂ ਔਰਤਾਂ ਆਪਣੇ ਗਿੱਧੇ ਦੇ ਵਿੱਚ ਜੋ ਬੋਲੀ ਪੈ ਰਹੀ ਹੁੰਦੀ ਹੈ ਉਸ ਅਨੁਸਾਰ ਮੁਦਰਾਵਾਂ ਕਰਦੀਆਂ ਹਨ, ਆਪਣੇ ਸਰੀਰ ਨੂੰ ਉਸ ਹਿਸਾਬ ਨਾਲ ਮੋੜ ਕੇ ਐਕਟਿੰਗ ਕਰਦੀਆਂ ਨੇ। ਉਸੇ ਤਰ੍ਹਾਂ ਮਲਵਈ ਗਿੱਧੇ ਵਿੱਚ ਵੀ ਜਿਹੜੇ ਮਰਦ ਨੇ ਉਸੇ ਤਰ੍ਹਾਂ ਨੱਚਦੇ ਹਨ। ਅਤੇ ਇਹਦੇ ਵਿੱਚ ਔਰਤਾਂ ਦੇ ਗਿੱਧੇ ਵਿੱਚ ਔਰਤਾਂ ਆਪਣੇ ਮਨ ਦੀ ਗੱਲ ਕਹਿੰਦੀਆਂ ਹਨ ਅਤੇ ਮਰਦਾਂ ਦੇ ਗਿੱਧੇ ਵਿੱਚ ਜਿਹੜੇ ਮਾਲਵੇ ਖਿੱਤੇ ਦੇ ਲੋਕ ਨੇ ਉਹ ਆਪਣੇ ਮਨ ਦੀ ਗੱਲ ਨੂੰ ਇਸ ਲੋਕ ਨਾਚ ਮਲਵਈ ਗਿੱਧਾ ਵਿੱਚ ਨੱਚ ਕੇ ਪੇਸ਼ ਕਰਦੇ ਹਨ। ਹੁਣ ਇਹਦੇ ਵਿੱਚ ਜੇ ਅਸੀਂ ਕਹੀਏ ਕਿ ਛੋਟੀ ਮੋਟੀ ਇੱਕ ਅੱਧੀ ਬੋਲੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਚੱਲ ਵੇ ਮਨਾ ਬੇਗਾਨਿਆਂ ਧਾਨਾ, ਕਾਹਨੂੰ ਪ੍ਰੀਤਾਂ ਜੜੀਆਂ, ਉੜਕ ਇੱਥੋਂ ਚੱਲਣਾ ਇੱਕ ਦਿਨ, ਕਬਰਾਂ ਉਡੀਕਣ ਖੜੀਆਂ, ਉਤੋਂ ਦੀ ਤੇਰੇ ਵਰਗੇ ਨੇਰੀਆਂ, ਲੱਗਣ ਸੌਣ ਦੀਆਂ ਝੜੀਆਂ, ਅੱਖਾਂ ਮੋੜ ਰਿਹਾ ਨਾ ਮੁੜੀਆਂ ਨਾ ਲੜੀਆਂ, ਅੱਖੀਆਂ ਮੋੜ ਰਿਹਾ ਨਾ ਮੁੜੀਆਂ ਨਾ ਲੜੀਆਂ। ਸੋ ਇਹ ਵੀ ਇੱਕ ਭੰਗੜੇ ਦੀ ਬੋਲੀ ਹੈ। ਸੋ ਪੰਜਾਬੀ ਜੋ ਮਾਲਵਾ ਇਲਾਕਾ ਹੈ ਉੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਆਪਣੇ ਦਿਲ ਦੀਆਂ ਗੱਲਾਂ, ਚਾਹੇ ਉਹ ਜੱਗੇ ਦੀ ਗੱਲ ਹੋਵੇ, ਚਾਹੇ ਜਿਉਣੇ ਦੀ ਗੱਲ ਹੋਵੇ, ਅਤੇ ਚਾਹੇ ਉਹਦੇ ਘਰ ਤੋਂ ਰੁੱਸ ਕੇ ਗਈ ਹੋਈ ਨੌਜਵਾਨ ਮੁਟਿਆਰ ਦੀ ਗੱਲ ਹੋਵੇ, ਉਹ ਉਹਨੂੰ ਬੋਲੀਆਂ ਰਾਹੀਂ ਬੜਾ ਸੋਹਣੇ ਢੰਗ ਨਾਲ ਪਰੋ ਕੇ ਪੇਸ਼ ਕਰਦੇ ਨੇ। ਨਹੀਂ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੱਗ ਵੈਟੀ ਖੂੰਜੇ, ਕੱਲੇ ਭੌਰ ਦਾ ਚਿੱਤ ਨਹੀਂ ਲੱਗਦਾ, ਪਈ ਹਵੇਲੀ ਗੂੰਜੇ, ਨੀ ਕਿਹੜਾ ਮੇਰੇ ਭਾਂਡੇ ਮਾਂਜੂ, ਕੌਣ ਹਵੇਲੀ ਹੂੰਝੇ ਲੈ ਕੇ ਜਾਊਂਗਾ, ਮੋਤੀ ਬਾਗ ਦੀ ਕੂੰਜੇ ਲੈ ਕੇ ਜਾਊਂਗਾ। ਸੋ ਇੱਦਾਂ ਦੀਆਂ ਲੰਮੀਆਂ ਬੋਲੀਆਂ ਮਲਵਈ ਗਿੱਧੇ ਦੇ ਵਿੱਚ ਆਮ ਜਿਹੜੀਆਂ ਮਾਲਵੇ ਖਿੱਤੇ ਦੇ ਨੌਜਵਾਨ ਪਾਉਂਦੇ ਨੇ ਅਤੇ ਨੱਚਦੇ ਹਨ। ਬੋਲੀ ਪਾਉਣ ਵਾਲਾ ਕੰਨਾਂ 'ਤੇ ਖੱਬਾ ਹੱਥ ਧਰ ਕੇ ਸੱਜੀ ਬਾਂਹ ਉੱਤੇ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬਾਕੀ ਉਸਦੀ ਬੋਲੀ ਦੇ ਅੰਤਿਮ ਚਰਨ 'ਤੇ ਆਪਣੇ ਸਾਜ਼ ਵਜਾਉਂਦੇ ਹਨ। ਮੂੰਹ ਵਿੱਚੋਂ ਕੋਈ ਦੋ ਜਾਣੇ ਅੱਗੇ ਆ ਕੇ ਪੱਬਾ ਭਾਰ ਹੋ ਕੇ ਸਰੀਰ ਨੂੰ ਉੱਪਰਲੇ ਧੜ ਨੂੰ ਹਰਕਤ 'ਚ ਲਿਆਉਂਦੇ ਹਨ। ਇਹ ਲੋਕ ਨਾਚ ਕਾਫੀ ਹਰਮਨ ਪਿਆਰਾ ਹੋ ਗਿਆ ਹੈ। ਸੋ ਪਿਆਰੇ ਬੱਚਿਓ, ਇਹਦੇ ਵਿੱਚ ਮਰਦ ਜਦੋਂ ਬੋਲੀ ਪਾਉਂਦੇ ਨੇ, ਜਿਵੇਂ ਕੁੜੀਆਂ ਬੋਲੀ ਦੇ ਅੰਤਮ ਪੜਾਅ 'ਤੇ ਆ ਕੇ ਗਿੱਧੇ ਨੂੰ ਤੇਜ਼ ਕਰਦੀਆਂ ਨੇ, ਅਤੇ ਇਹਦੇ ਵਿੱਚ ਬੇਟਾ ਜਿਹੜੇ ਸਾਜ਼ ਨੇ, ਜਿਵੇਂ ਅਸੀਂ ਤੁਸੀਂ
ਸਕਰੀਨ ਦੇ ਉੱਪਰ ਵੇਖ ਰਹੇ ਹੋ, ਇਹ ਜਿਹੜੇ ਲੋਕ ਸਾਜ਼ ਨੇ ਫਿਰ ਇਹਨਾਂ ਨੂੰ ਵਜਾਇਆ ਜਾਂਦਾ ਅਤੇ ਜਦੋਂ ਬੋਲੀ ਖਤਮ ਹੋ ਜਾਂਦੀ ਹੈ, ਭਾਵ ਦੇ ਅੰਤਿਮ ਬੋਲਾਂ ਦੇ ਉੱਪਰ ਲੋਕ ਸਾਜ਼ਾਂ ਨੂੰ ਬਹੁਤ ਤੇਜ਼ ਤੇਜ਼ ਵਜਾਇਆ ਜਾਂਦਾ ਅਤੇ ਇੰਨੀ ਤੇਜ਼ ਵਜਾਇਆ ਜਾਂਦਾ ਕਿ ਜਿਹੜੇ ਉਹ ਵਿਚਕਾਰ ਟੋਲੀ ਦੇ ਆ ਕੇ ਦੋ ਮੁੰਡੇ ਜਾਂ ਦੋ ਮਰਦ ਨੱਚਦੇ ਨੇ ਤਾਂ ਉਹ ਜੋ ਬੋਲੀ ਦਾ ਅਸੀਂ ਕਹਿੰਦੇ ਨਿਚੋੜ ਆ ਉਹਨੂੰ ਆਪਣੀਆਂ ਸਰੀਰਕ ਮੁਦਰਾਵਾਂ ਰਾਹੀਂ ਪੇਸ਼ ਕਰਦੇ ਨੇ ਇਹਨਾਂ ਲੋਕ ਸਾਜ਼ਾਂ ਦੀ ਤਾਲ ਦੇ ਉੱਪਰ। ਇਹ ਲੋਕ ਸਾਜ਼ ਕਿਹੜੇ ਨੇ? ਮਰਦਾਂ ਦਾ ਗਿੱਧਾ ਜਾਂ ਭੰਗੜੇ ਦੇ ਸਾਜ਼। ਪਹਿਲਾ ਹੈ ਸੀਟੀ, ਕਿ ਇਹਨੂੰ ਪੰਜਾਬੀ ਮਾਲਵੇ ਵਾਲੇ ਬਗਦੂ ਵੀ ਕਹਿੰਦੇ ਨੇ, ਇਹਨੂੰ ਬੁਗਦੂ ਕਹਾਂਗੇ ਅਸੀਂ। ਬੁਗਦੂ, ਚਿਮਟੇ, ਢੋਲਕ, ਅਲਗੋਜੇ, ਬਾਲਟੀ, ਛੈਣੇ ਅਤੇ ਗੜਬੇ। ਸੋ ਜੇ ਕਈ ਵਾਰੀ ਇਹ ਆ ਜਾਂਦਾ ਕਿ ਗੜਬੇ ਕਿਸ ਲੋਕ ਨਾਚ ਨਾਲ ਸੰਬੰਧਿਤ ਸਾਜ਼ ਹਨ, ਹੈ ਸਾਜ਼ ਹਨ ਜਾਂ ਸਾਜ਼ ਹੈ, ਜਾਂ ਛੈਣੇ ਕਿਸ ਪੰਜਾਬੀ ਲੋਕ ਨਾਚ ਨਾਲ ਸੰਬੰਧਿਤ ਹਨ। ਅਤੇ ਕਈ ਵਾਰੀ ਆ ਜਾਂਦਾ ਕਿ ਬਾਲਟੀ ਕਿਸ ਪੰਜਾਬੀ ਲੋਕ ਸਾਜ਼ ਨਾਲ ਸੰਬੰਧਿਤ ਹੈ, ਅਤੇ ਉੱਥੇ ਅਸੀਂ ਘਬਰਾਉਣਾ ਨਹੀਂ, ਅਤੇ ਉੱਥੇ ਇਹ ਜੋ ਤੁਸੀਂ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋ ਉਹਦੇ ਆਧਾਰ 'ਤੇ ਤੁਸੀਂ ਨੇ ਉੱਤਰ ਦੇਣਾ ਕਿ ਮਲਵਈ ਗਿੱਧੇ ਜਾਂ ਮਰਦਾਂ ਦੇ ਗਿੱਧੇ ਨਾਲ ਸੰਬੰਧਿਤ ਲੋਕ ਸਾਜ਼ ਹਨ। ਸੋ ਪਿਆਰੇ ਬੱਚਿਓ, ਤੁਸੀਂ ਇਹ ਕਈ ਵਾਰੀ ਅਸੀਂ ਅਸਾਈਨਮੈਂਟ ਤਿਆਰ ਕਰਦੇ ਹਾਂ ਅਤੇ ਸਾਨੂੰ ਇਹ ਸਮਝ ਨਹੀਂ ਲੱਗਦੀ ਹੁੰਦੀ ਕਿ ਅਸੀਂ ਨੇ ਜਿਹੜੇ ਪੰਜਾਬੀ ਲੋਕ ਸਾਜ਼ਾਂ ਨੂੰ ਕਿੱਦਾਂ ਅਸੀਂ ਲਿਖੀਏ। ਜਿੱਥੇ ਸੀਟੀ ਲਿਖਿਆ ਤੁਸੀਂ ਇੱਥੇ ਫੋਟੋਆਂ ਵੀ ਲਾ ਸਕਦੇ ਹੋ, ਜਿੱਥੇ ਇੱਥੇ ਇਹ ਤੁਹਾਨੂੰ ਇਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ। ਸੋ ਇਹ ਸਨ ਮਲਵਈ ਗਿੱਧੇ ਵਿੱਚ ਵਜਾਏ ਜਾਣ ਵਾਲੇ ਸਾਜ਼। ਅਤੇ ਅਗਲੇ ਚਾਰਟ ਦੇ ਮਾਧਿਅਮ ਰਾਹੀਂ ਅਸੀਂ ਸਮਝਦੇ ਹਾਂ ਕਿ ਮਰਦਾਂ ਦਾ ਗਿੱਧਾ ਲੋਕ ਨਾਚ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਇਹਦੇ ਵਿੱਚ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚ ਲੰਮੀਆਂ ਬੋਲੀਆਂ ਹੁੰਦੀਆਂ ਦੀ ਭਰਮਾਰ ਹੁੰਦੀ ਆ, ਲੰਮੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਇਹਦੇ ਵਿੱਚ ਸਧਾਰਨ ਪਹਿਰਾਵਾ ਹੁੰਦਾ ਹੈ। ਇਹਦੇ ਵਿੱਚ ਜ਼ਿਆਦਾਤਰ ਜਿਹੜਾ ਅੱਜ ਕੱਲ੍ਹ ਸਟੇਜਾਂ 'ਤੇ ਪਾਉਂਦੇ ਨੇ ਚਿੱਟਾ, ਇਹਦੇ ਵਿੱਚ ਕੁੜਤਾ, ਚਿੱਟਾ ਚਾਦਰਾ, ਤੁਰਲੇ ਵਾਲੀ ਪੱਗ ਚਿੱਟੇ ਰੰਗ ਦੀ ਅਤੇ ਜੈਕਟ ਪਾ ਕੇ ਕਮਰ ਕੱਸਾ ਬੰਨ੍ਹ ਕੇ ਇਹ ਲੋਕ ਨਾਚ ਨੂੰ ਜਿਹੜਾ ਨੱਚਿਆ ਜਾਂਦਾ। ਸਧਾਰਨ ਸਾਜ਼ਾਂ ਦੀ ਵਰਤੋਂ ਜਿਵੇਂ ਅਸੀਂ ਉੱਪਰ ਆਹ ਗੱਲ ਕੀਤੀ ਹੈ, ਇਹਦੇ ਵਿੱਚ ਸੀਟੀ, ਬੁਗਦੂ, ਚਿਮਟੇ, ਢੋਲਕ, ਅਲਗੋਜੇ, ਬਾਲਟੀ, ਛੈਣੇ, ਗੜਬੇ ਇੱਦਾਂ ਦੇ ਜਿਹੜੇ ਸਧਾਰਨ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੋਈ ਬਹੁਤ ਵੱਡੇ ਸਾਜ਼ ਲੈ ਕੇ ਆਉਣ ਦੀ ਲੋੜ ਨਹੀਂ ਪੈਂਦੀ। ਅੱਗੇ ਹੈਗਾ ਵੀ ਮਨ ਪਰਚਾਵੇ ਦਾ ਸਾਧਨ। ਜੇ ਮਾਲਵੇ ਖਿੱਤੇ ਦੇ ਜਦੋਂ ਨੌਜਵਾਨ ਮੁੰਡੇ ਕਿਸੇ ਖੁਸ਼ੀ 'ਚ ਇਕੱਠੇ ਹੁੰਦੇ ਤਾਂ ਬੋਲੀਆਂ ਪਾ ਕੇ ਉੱਥੇ ਨੱਚਦੇ ਨੇ, ਆਪਦੇ ਮਨ ਨੂੰ ਮਤਲਬ ਖੁਸ਼ੀ ਪ੍ਰਦਾਨ ਕਰਦੇ ਨੇ। ਵਿਸ਼ੇ ਕੀ ਹੁੰਦੇ ਨੇ ਇਹਦੇ ਵਿੱਚ, ਕਿਹੜੀਆਂ ਬੋਲੀਆਂ ਪੈਂਦੀਆਂ ਨੇ? ਨਾਸ਼ਮਾਨਤਾ, ਰੱਬ ਦੀ ਹੋਂਦ ਬਾਰੇ ਗੱਲ ਹੁੰਦੀ ਹੈ, ਪ੍ਰੇਮ ਪਿਆਰ ਦੀ ਗੱਲ ਹੁੰਦੀ ਹੈ, ਇਲਾਕਾ ਕਈ ਮਾਣ ਅਤੇ ਸੱਭਿਆਚਾਰਕ ਵਰਤਾਰਾ, ਆਪਣੇ ਇਲਾਕੇ ਦੀ ਗੱਲ ਹੁੰਦੀ ਹੈ, ਆਪਣੇ ਸੱਭਿਆਚਾਰ ਦੀ ਗੱਲ ਹੁੰਦੀ ਹੈ। ਇਹ ਮਲਵਈ ਗਿੱਧੇ ਦੀਆਂ ਬੋਲੀਆਂ ਦੇ ਵਿੱਚ। ਅਤੇ ਅਸੀਂ ਅਗਲੇ ਲੋਕ ਨਾਚ ਧਮਾਲ ਦੀ ਗੱਲ ਕਰੀਏ, ਜਿਹੜਾ ਪੰਜਾਬੀ ਲੋਕ ਨਾਚ ਧਮਾਲ ਹੈ, ਇਹ ਕੀ ਹੈ? ਲੋਕ ਨਾਚ ਪ੍ਰਾਚੀਨ ਸਮੇਂ ਤੋਂ ਸੂਫੀ ਸੰਤਾਂ ਦੇ ਡੇਰਿਆਂ 'ਤੇ ਨੱਚਿਆ ਜਾਂਦਾ ਹੈ। ਇਹ ਜਿਹੜਾ ਲੋਕ ਨਾਚ ਆ ਧਮਾਲ, ਲੋਕ ਨਾਚ ਪ੍ਰਾਚੀਨ ਤੋਂ ਸੂਫੀ ਸੰਤਾਂ ਦੇ ਡੇਰਿਆਂ 'ਤੇ ਨੱਚਿਆ ਜਾਂਦਾ ਹੈ। ਤੇਜ਼ ਗਤੀ ਦਾ ਇਹ ਨਾਚ ਕਿਸੇ ਖਾਸ ਸਰੀਰਕ ਹਲੋਰੇ ਦਾ ਨਾਚ ਨਹੀਂ ਰਿਹਾ, ਬਸ ਇਹ ਭੰਗੜੇ ਦੀ ਇੱਕ ਚਾਲ ਤੱਕ ਸੀਮਿਤ ਹੋ ਕੇ ਰਹਿ ਗਿਆ। ਅੱਜ ਬੇਟਾ ਇਹਦਾ ਰੂਪ ਇਹ ਹੈ। ਇਸ ਤੋਂ ਬਿਨਾਂ ਖਲੀ, ਅਖਾੜਾ, ਗੱਤਕਾ, ਪਠਾਣੀਆਂ, ਫੁੰਮਣੀਆਂ ਅਜਿਹੇ ਲੋਕ ਨਾਚ ਵੀ ਆਪਣੀ ਹੋਂਦ ਦੇ ਇੱਕ ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗਭਗ ਖਤਮ ਹੀ ਹੋ ਚੁੱਕੇ ਨੇ। ਬੇਟਾ ਜਿਹੜਾ ਖਲੀ ਕਿਹਾ ਗਿਆ ਨਾ, ਇਹ ਵੀ ਇੱਕ ਲੋਕ ਨਾਚ ਆ, ਅਖਾੜਾ ਵੀ ਇੱਕ ਲੋਕ ਨਾਚ ਆ, ਗੱਤਕਾ ਵੀ ਇੱਕ ਲੋਕ ਨਾਚ ਆ, ਪਠਾਣੀਆਂ ਵੀ ਇੱਕ ਲੋਕ ਨਾਚ ਆ, ਫੁੰਮਣੀਆਂ ਵੀ ਇੱਕ ਲੋਕ। ਇਹ ਬੇਟਾ ਜਦੋਂ ਤੁਸੀਂ ਭੰਗੜਾ ਪੈਂਦਾ ਨਾ, ਢੋਲ ਦੀਆਂ ਬੀਟਸ ਵੱਜਦੀਆਂ ਨੇ, ਉਹਦੇ ਵਿੱਚ ਇਹ ਲੋਕ ਨਾਚਾਂ ਨੂੰ ਨੱਚਦੇ ਨੇ। ਸਾਨੂੰ ਲੱਗਦਾ ਕਿ ਇੰਨੀ ਤਰ੍ਹਾਂ ਦੀਆਂ ਮੁਦਰਾਵਾਂ ਨੂੰ ਲੋਕ ਨਾਚ ਭੰਗੜਾ ਕਿਹਾ ਜਾਂਦਾ। ਭੰਗੜਾ ਆਪਣੇ ਆਪ 'ਚ ਇੱਕ ਲੋਕ ਨਾਚ ਬਣ ਗਈ ਆ, ਪਰ ਅੱਜ ਕੱਲ੍ਹ ਦੇ ਸਟੇਜੀ ਭੰਗੜੇ ਵਿੱਚ ਬੇਟਾ ਇਹਨਾਂ ਸਾਰੇ ਲੋਕ ਨਾਚਾਂ ਨੂੰ ਥੋੜ੍ਹਾ ਕਰਕੇ ਕੰਬੋ ਪੈਕ ਬਣਾ ਲਿਆ। ਸਾਰੇ ਲੋਕ ਨਾਚਾਂ ਦੀਆਂ ਵੰਨਗੀਆਂ ਨੂੰ ਬੋਲੀਆਂ ਅਨੁਸਾਰ ਚੱਕ ਕੇ ਜਦੋਂ ਅਸੀਂ ਸਟੇਜ 'ਤੇ ਪਾਉਂਦੇ ਹਾਂ, ਸਾਨੂੰ ਲੱਗਦਾ ਕਿ ਇਹ ਭੰਗੜਾ ਹੁੰਦਾ। ਅਤੇ ਇਹ ਵੱਖ-ਵੱਖ ਰੂਪ ਨੇ ਭੰਗੜੇ ਦੇ ਜਿਹੜੇ ਅਸੀਂ ਸਟੇਜ ਦੇ ਉੱਪਰ ਵੇਖਦੇ ਹਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਹੁਣ ਕਿਹਾ ਜਾਂਦਾ ਕਿ ਇਹ ਜਿਹੜੇ ਲੋਕ ਨਾਚ ਨੇ ਧਮਾਲ ਦੇ, ਇਹ ਕਹਿੰਦੇ ਇੱਕ ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗਭਗ ਖਤਮ ਹੀ ਹੋ ਚੁੱਕੇ ਨੇ, ਜਿਹੜੇ ਆਹ ਲੋਕ ਨਾਚਾਂ ਦੇ ਆਪਾਂ ਉੱਪਰ ਨਾਮ ਲਏ ਹਨ। ਇਸ ਪ੍ਰਕਾਰ ਭਗਤ ਨਾਚ, ਜੰਗਲ ਨਾਚ, ਨਾਮਧਾਰੀ ਨਾਚ, ਮਰਕਤ ਨਾਚ, ਗੁੱਗਾ ਨਾਚ ਲਗਭਗ ਲਾਪਤਾ ਹੋ ਚੁੱਕੇ ਹਨ। ਸੋ ਬੇਟਾ ਜਿਹੜੇ ਸਾਰੇ ਨਾਚਾਂ ਦੇ ਨਾਮ ਨੇ, ਇਹ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਜਿਹੜੇ ਪੀਰ ਪੈਗੰਬਰ ਪੁਰਾਣੇ ਸੂਫੀ ਸੰਤ ਹੁੰਦੇ ਸੀ,
ਉਹ ਬੁੱਲੇ ਨੇ ਨਚਾਇਆ ਯਾਰ ਤੇ ਨੱਚਣਾ ਪੈਂਦਾ ਏ, ਹੈ ਨਾ। ਉਹ ਮਤਲਬ ਨੀ ਮੈਂ ਕਮਲੀ ਯਾਰ ਦੀ ਕਮਲੀ, ਉਹਦੇ ਵਿੱਚ ਵੀ ਕਿਸੇ ਦੀ ਯਾਦ 'ਚ ਮਸਤ ਹੋ ਕੇ ਨੱਚਣਾ, ਸਰੀਰ ਨੂੰ ਬਹੁਤ ਵੱਡੇ ਲੈਵਲ 'ਤੇ ਤੁਸੀਂ ਖੋਲ੍ਹ ਕੇ ਨੱਚਣਾ, ਇਹ ਧਮਾਲ ਸੀ। ਇਹ ਕਿਹਾ ਜਾਂਦਾ ਕਿ ਪੁਰਾਣੇ ਸੂਫੀ ਸੰਤਾਂ ਦੇ ਡੇਰਿਆਂ 'ਤੇ ਇਹ ਲੋਕ ਨਾਚ ਨੂੰ ਨੱਚਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅਸੀਂ ਉੱਪਰ ਲੋਕ ਨਾਚਾਂ ਦੇ ਨਾਮ ਲਏ ਨੇ, ਇਹ ਲਗਭਗ ਸਮਾਪਤ ਹੋ ਗਏ। ਇਹਨਾਂ ਦੀਆਂ ਇੱਕ ਦੋ ਮੁਦਰਾਵਾਂ ਨੂੰ ਹੀ ਭੰਗੜੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਕਿ ਜਿਹੜੀ ਪੁਰਾਣੇ ਸਮੇਂ ਦੀ ਸਾਡੀ ਨਾਚ ਪਰੰਪਰਾ ਤੀ, ਅੱਜ ਦੇ ਸਮੇਂ ਦੇ ਵਿੱਚ ਉਹ ਨਾਚ ਪਰੰਪਰਾ ਹੌਲੀ ਹੌਲੀ ਕਰਕੇ ਉਹ ਖਤਮ ਹੁੰਦੀ ਜਾ ਰਹੀ ਆ। ਉਹਨਾਂ ਪੁਰਾਣੇ ਲੋਕ ਨਾਚਾਂ ਵਿੱਚੋਂ ਕੁਝ ਲੋਕ ਨਾਚਾਂ ਦੀਆਂ ਵੰਨਗੀਆਂ ਨੂੰ ਆਧੁਨਿਕ ਭੰਗੜੇ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਜੋ ਪੁਰਾਣੇ ਸਾਡੇ ਦਿੱਗਜ ਪੁਰਾਣੇ ਬਾਬੇ ਬੈਠੇ ਨੇ, ਉਹ ਇਹਨਾਂ ਲੋਕ ਨਾਚਾਂ ਤੋਂ ਭਲੀ ਭਾਂਤੀ ਜਾਣੂ ਨੇ। ਪਰ ਜਿਹੜੀ ਸਾਡੀ ਅੱਜ ਦੇ ਸਮੇਂ ਦੀ ਆਧੁਨਿਕ ਪੀੜ੍ਹੀ ਆ, ਉਹ ਇਹ ਲੋਕ ਨਾਚਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ, ਕਿਉਂਕਿ ਪੱਛਮੀਕਰਨ ਹੋ ਗਿਆ। ਅੱਜ ਅਸੀਂ ਪੱਛਮੀ ਕਲਚਰ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਸੰਸਕ੍ਰਿਤੀ ਆ, ਵਿਰਾਸਤ ਆ, ਸਾਡਾ ਸੱਭਿਆਚਾਰ ਆ, ਉਸ ਤੋਂ ਮੂੰਹ ਮੋੜ ਲਿਆ। ਤਾਂ ਕਰਕੇ ਬੇਟਾ ਜਿਹੜੇ ਚੈਪਟਰ ਨੇ ਤੁਹਾਨੂੰ ਲਗਾਏ ਗਏ ਨੇ ਕਿ ਬੱਚੇ ਆਪਣੀ ਵਿਰਾਸਤ ਨਾਲ ਜ਼ਰੂਰ ਜੁੜ ਜਾਣ। ਇਹ ਚੈਪਟਰ ਦੇ ਵਿੱਚ ਜਿੱਥੇ ਤੁਹਾਨੂੰ ਪੁਰਾਣੇ ਲੋਕ ਨਾਚਾਂ ਬਾਰੇ ਅਸੀਂ ਜਾਣਕਾਰੀ ਪੜ੍ਹ ਕੇ ਸੁਣਾ ਰਹੇ ਹਾਂ, ਅਤੇ ਉੱਥੇ ਇੱਕ ਉਪਰਾਲਾ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਪੁਰਾਣੇ ਲੋਕ ਨਾਚਾਂ ਨੂੰ ਵੇਖੋ, ਇਹਨਾਂ ਲੋਕ ਨਾਚਾਂ ਨੂੰ ਨੱਚੋ ਅਤੇ ਇਹਨਾਂ ਲੋਕ ਨਾਚਾਂ ਦੇ ਪਿਛੋਕੜ ਨੂੰ ਜਾਣੋ ਕਿ ਜਿਹੜੇ ਅਸੀਂ ਪੁਰਾਣੇ ਲੋਕ ਨਾਚ ਉਹ ਕਿਸ ਤਰ੍ਹਾਂ ਅਸੀਂ ਨੱਚਦੇ ਸੀ, ਸਾਡਾ ਹਿਸਟਰੀ ਕੀ ਹੈ, ਇਹ ਲੋਕ ਨਾਚ ਕਿੱਥੋਂ ਪੈਦਾ ਹੋਏ ਅਤੇ ਇਹ ਲੋਕ ਨਾਚ ਕਿੱਥੋਂ ਉੱਠ ਕੇ ਅੱਜ ਕਿੱਥੇ ਆ ਗਏ, ਜਾਂ ਕਿਹੜੇ ਲੋਕ ਨਾਚ ਕਿਹੜੇ ਸਮੇਂ 'ਚ ਲਗਭਗ ਖਤਮ ਹੋ ਗਏ, ਜਾਂ ਕਿਹੜੇ ਲੋਕ ਨਾਚ ਖਤਮ ਹੋਣ ਦੀ ਤਦਾਰ 'ਤੇ ਨੇ। ਸੋ ਇਹ ਚੈਪਟਰਾਂ ਨੂੰ ਬੇਟਾ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਕਰਨਾ, ਇਕੱਲਾ ਪ੍ਰਸ਼ਨ ਉੱਤਰ ਲਿਖ ਕੇ ਉਹਨਾਂ ਦੇ ਉੱਤਰ ਦੇਣਾ ਨਹੀਂ, ਤੁਹਾਨੂੰ ਇਹ ਵੀ ਦੱਸਣਾ ਹੈ ਕਿ ਤੁਹਾਡਾ ਪਰੰਪਰਾ, ਤੁਹਾਡੀ ਵਿਰਾਸਤ, ਤੁਸੀਂ ਕਿਸ ਖਿੱਤੇ, ਕਿਸ ਇਲਾਕੇ ਨਾਲ ਸੰਬੰਧਿਤ ਲੋਕ ਨਾਚਾਂ ਨੂੰ ਨੱਚਦੇ ਹੋ, ਜਾਂ ਉਹ ਲੋਕ ਨਾਚ ਕਿਹੜੇ ਖਿੱਤੇ 'ਚ ਪੈਦਾ ਹੋਏ ਨੇ ਅਤੇ ਅੱਜ ਉਹ ਲੋਕ ਨਾਚਾਂ ਦਾ ਜਿਹੜਾ ਸਰੂਪ ਕੀ ਹੈ। ਸੋ ਆਓ ਅਸੀਂ ਗੱਲ ਕਰਦੇ ਹਾਂ ਵਰਤਮਾਨ ਸਮੇਂ ਦੀ, ਅੱਜ ਦੇ ਸਮੇਂ ਦੀ। ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋ। ਅੱਜ ਕੱਲ੍ਹ ਭੰਗੜਾ ਕੀ ਹੋ ਗਿਆ। ਅੱਜ ਕੱਲ੍ਹ ਬੇਟਾ ਤੁਹਾਨੂੰ ਦੱਸਿਆ ਕਿ ਸਾਰੇ ਲੋਕ ਨਾਚਾਂ ਦੇ ਵਿੱਚੋਂ ਕੁਝ ਨਾਚਾਂ ਨੂੰ ਪੇਸ਼ ਕਰਕੇ ਅਸੀਂ ਭੰਗੜਾ ਬਣਾ ਲਿਆ, ਅਤੇ ਅੱਜ ਕੱਲ੍ਹ ਤਾਂ ਜੋ ਭੰਗੜਾ ਤੁਸੀਂ ਜਾ ਕੇ ਦੇਖਦੇ ਆ, ਮੈਂ ਪੰਜਾਬੀ 'ਚ ਹਾਸੇ ਵਾਲੀ ਗੱਲ ਕਰੀ ਤਾਂ ਭੂਤ ਭੰਗੜਾ ਹੋ ਗਿਆ। ਅੰਨੇ ਨੂੰ ਬੌਲਾ ਘੜੀਸੀ ਫਿਰਦਾ, ਭੰਗੜਾ ਕਿਸੇ ਨੂੰ ਨਹੀਂ ਪਾਉਣਾ ਆ ਰਿਹਾ, ਢੋਲ ਤਾਲ ਅਸੀਂ ਭੁੱਲ ਚੁੱਕੇ ਹਾਂ, ਬੇਸੁਰੇ ਹੋ ਚੁੱਕੇ ਹਾਂ, ਸਾਡੇ ਗਾਉਣ ਵਾਲੇ ਸਾਜ਼ ਵੀ ਪੱਛਮੀ ਸੱਭਿਆਚਾਰ ਤੋਂ ਪ੍ਰੇਰਿਤ ਹੋ ਗਏ, ਅਤੇ ਅਸੀਂ ਅੱਜ ਕੱਲ੍ਹ ਉਹ ਚੀਜ਼ਾਂ, ਉਹ ਭੰਗੜੇ ਨਾਚ ਦੀਆਂ ਮੁਦਰਾਵਾਂ ਨੂੰ ਗਵਾ ਲਿਆ ਹੈ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਭੰਗੜੇ ਪੈਂਦੇ, ਦੂਰ ਨੇੜੇ ਦੇ ਲੋਕ ਉਸ ਢੋਲ ਭੰਗੜੇ ਨੂੰ ਖੜ੍ਹ ਕੇ ਵੇਖਦੇ, ਬੜਾ ਉਤਸ਼ਾਹ ਹੁੰਦਾ ਲੋਕਾਂ ਦੇ ਅੰਦਰ ਭੰਗੜਾ ਵੇਖਣ ਦਾ। ਅਤੇ ਅੱਜ ਕੱਲ੍ਹ ਜੇਕਰ ਕੋਈ ਨੱਚਦਾ, ਸਾਡੀ ਲੋਕ ਮਾਨਸਿਕਤਾ ਹੀ ਐਸੀ ਹੋ ਗਈ ਹੈ ਕਿ ਅਸੀਂ ਕਿਸੇ ਨੂੰ ਖੁਸ਼ੀ ਭੰਗੜੇ ਪਾਉਂਦੇ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਇੱਕ ਐਸੀ ਸਥਿਤੀ 'ਚ ਲੈ ਜਾਂਦੇ ਹਾਂ ਕਿ ਅਸੀਂ ਉਹਨੂੰ ਜੈਲਸ ਫੀਲ ਕਰਦੇ ਹਾਂ, ਅਤੇ ਪਹਿਲਾਂ ਕਿਸੇ ਨੂੰ ਨੱਚਦੇ ਨੂੰ ਵੇਖ ਕੇ ਸਾਡਾ ਦਿਲ ਕਰਦਾ ਸੀ ਕਿ ਅਸੀਂ ਵੀ ਨੱਚੀਏ। ਸੋ ਆਓ ਅਸੀਂ ਵਰਤਮਾਨ ਸਮੇਂ ਦੇ ਵਿੱਚ ਭੰਗੜੇ ਦਾ ਸਰੂਪ ਕਿਹੋ ਜਿਹਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ ਨਾਚਾਂ ਵਿੱਚ ਕਾਫੀ ਬਦਲਾਅ ਲੈ ਆਂਦਾ ਹੈ। ਵਰਤਮਾਨ ਸਮੇਂ ਵਿੱਚ ਅਸਲ ਭੰਗੜੇ ਦਾ ਸਰੂਪ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ ਪੱਧਰ ਅਤੇ ਸਾਜੋ ਸਮਾਨ ਆਦਿ ਪੱਖੋਂ ਕਾਫੀ ਤਬਦੀਲੀਆਂ ਆ ਚੁੱਕੀਆਂ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿੱਚ ਸ਼ਾਮਲ ਹੋ ਗਈਆਂ ਹਨ, ਜਿਵੇਂ ਸੀਗਾ ਪੱਛਮੀ ਭੰਗੜਾ ਵਿੱਚ ਰਲ ਗਿਆ, ਜਾਂ ਪੱਛਮੀ ਜੋ ਲਚਕ ਸੀ ਸਰੀਰ ਦੀ, ਜਾਂ ਜੋ ਪੱਛਮੀ ਚੀਜ਼ਾਂ ਨੇ ਉਹਦੇ ਵਿੱਚ ਐਡ ਕਰ ਲਈਆਂ ਗਈਆਂ ਹਨ। ਬਹੁਤ ਸਾਰੇ ਲੋਕ ਸਾਜ਼ ਅਸੀਂ ਮਿਕਸ ਕਰ ਲਏ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿੱਚ ਸ਼ਾਮਲ ਹੋ ਰਹੀਆਂ ਹਨ। ਕੁਝ ਇੱਕ ਉਹ ਲੋਕ ਨਾਚ ਜਿਨ੍ਹਾਂ ਦੀ ਹੋਂਦ ਮੁੱਕਦੀ ਜਾ ਰਹੀ ਹੈ ਦੀਆਂ ਮੁੱਖ ਮੁਦਰਾਵਾਂ ਵੀ ਇੱਕ ਇੱਕ ਕਰਕੇ ਇਸ ਦੀਆਂ ਚਾਲਾਂ ਜਾਂ ਮੁਦਰਾਵਾਂ ਦਾ ਨਾਂ ਗ੍ਰਹਿਣ ਕਰ ਚੁੱਕੀਆਂ ਹਨ। ਨਿਰਸੰਦੇਹ ਭੰਗੜਾ ਪੰਜਾਬੀਆਂ ਦੇ ਹੌਸਲੇ, ਗੈਰਤ, ਵੀਰਤਾ ਅਤੇ ਇੱਥੋਂ ਦੇ ਖੇਤੀ ਪ੍ਰਧਾਨ ਕਾਰ ਵਿਵਹਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ। ਸੋ ਬੇਟਾ ਜੇ ਕਹਿਣਾ ਹੋਵੇ ਅੱਜ ਦੇ ਸਮੇਂ 'ਚ ਰਲਗੱਡ ਹੋ ਗਿਆ, ਪਰ ਫਿਰ ਵੀ ਜਿਹੜਾ ਭੰਗੜਾ ਹੈ ਉਹ ਪੰਜਾਬੀਆਂ ਦੇ ਹੌਸਲੇ, ਗੈਰਤ, ਵੀਰਤਾ ਅਤੇ ਇੱਥੋਂ ਦੀ ਖੇਤੀ ਪ੍ਰਧਾਨ ਕਾਰ ਵਿਹਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ। ਸੋ ਜੇ ਅਸੀਂ ਇਸ ਗ੍ਰਾਫ ਰਾਹੀਂ ਸਮਝਣਾ ਹੋਵੇ ਕਿ ਭੰਗੜੇ ਦਾ ਬਦਲਦਾ ਸਰੂਪ, ਅੱਜ ਜੋ ਪੁਰਾਣਾ ਭੰਗੜਾ ਸੀ ਉਹ ਆਧੁਨਿਕ ਸਮੇਂ ਦੇ ਵਿੱਚ, ਵਰਤਮਾਨ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਰੂਪ ਧਾਰਨ ਕਰ ਗਿਆ। ਬੋਲੀਆਂ ਦੇ ਪੱਧਰ ਹੁਣ ਉਹ ਨਹੀਂ ਰਹੇ ਕਿ ਨਿਸ਼ਿੰਦੋ ਤੇਰੇ ਬੰਦ ਨਾ ਬਣੇ, ਮੁੰਡਾ ਮਰ ਗਿਆ ਕਮਾਈਆਂ ਕਰਦਾ। ਬੰਦ ਉਹ ਕੰਨਾਂ ਦੇ ਵਿੱਚ ਜਿਹੜੇ ਪਾਉਣ ਵਾਲੇ ਗਹਿਣੇ ਸੀ ਕਿ ਮੇਰੇ ਤੋਂ ਤੇਰੇ ਕੰਨਾਂ ਦੇ ਉਹ ਗਹਿਣੇ ਨਹੀਂ ਬਣਾ ਸਕੇ, ਮੈਂ ਕਮਾਈਆਂ ਕਰਦਾ ਮਰ ਗਿਆ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਕਿੰਨਾ ਐਡਵਾਂਸ ਹੋ ਗਿਆ, ਅਤੇ ਪਹਿਲਾਂ
ਹੱਥਾਂ ਨਾਲ ਬਲਦਾਂ ਨਾਲ ਖੇਤੀ ਕਰਨੀ ਬੜਾ ਮਤਲਬ ਮੁਸ਼ਕਲਾਂ ਭਰਿਆ ਸਮਾਂ ਸੀ। ਤਾਂ ਅੱਜ ਕੱਲ੍ਹ ਬੋਲੀਆਂ ਦਾ ਪੱਧਰ ਇਸ ਹਿਸਾਬ ਨਾਲ ਬਦਲ ਚੁੱਕਿਆ ਹੈ। ਮੁਦਰਾਵਾਂ ਅਤੇ ਸੰਚਾਰ ਪੱਧਰ ਅਤੇ ਅੱਜ ਕੱਲ੍ਹ ਬੇਟਾ ਢੋਲ ਦੀ ਜਗ੍ਹਾ 'ਤੇ ਕਿੰਨੇ ਪੰਜਾਬੀ ਲੋਕ ਸਾਜ਼ਾਂ ਦੇ ਵਿੱਚ ਜੋ ਅਸੀਂ ਪੱਛਮੀ ਸਾਜ਼ ਰਲ ਗਏ ਨੇ। ਅਤੇ ਅੱਜ ਕੱਲ੍ਹ ਜਿਹੜੇ ਤੁਸੀਂ ਸਿੰਗਰਾਂ ਦੇ ਗਾਣਿਆਂ 'ਤੇ ਨੱਚਦੇ ਹੋ ਅਤੇ ਪੁਰਾਣੇ ਸਾਜ਼ਾਂ ਦੇ ਵਿੱਚ ਢੋਲ ਚਿਮਟਾ ਢੋਲਕੀ ਬਗਦੂ ਚਿਮਟੇ ਛੈਣੇ ਢੋਲਕੀਆਂ ਹੀ ਹੁੰਦੀਆਂ ਸੀ। ਇਹਨਾਂ ਲੋਕ ਸਾਜ਼ਾਂ 'ਤੇ ਅਸੀਂ ਨੱਚਦੇ ਸੀ। ਅੱਜ ਕੱਲ੍ਹ ਜਿਹੜਾ ਸਾਡਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੰਪਿਊਟਰਾਈਜ਼ ਹੋ ਗਿਆ ਅਤੇ ਜਿਹੜੀਆਂ ਬੀਟਸ ਨੇ ਉਹ ਬਦਲ ਗਈਆਂ ਅਤੇ ਭੰਗੜੇ ਦੇ ਵਿੱਚ ਜਿਹੜੇ ਅਸੀਂ ਕਹਾਂਗੇ ਸੰਚਾਰ ਮੁਦਰਾਵਾਂ ਵੀ ਬਦਲ ਚੁੱਕੀਆਂ ਨੇ। ਅੱਗੇ ਹੈਗਾ ਸਾਜੋ ਸਮਾਨ ਆਦਿ ਪੱਖੋਂ, ਇਹ ਆਪਾਂ ਹੁਣ ਸਾਜੋ ਸਮਾਨ 'ਚ ਇਹਨੂੰ ਲੈ ਕੇ ਚੱਲ ਰਿਹਾ। ਸੰਚਾਰ ਦਾ ਬੇਟਾ ਇਹ ਸੀ ਪਹਿਲਾਂ ਜਿੱਥੇ ਭੰਗੜਾ ਪੈਂਦਾ ਹੈ ਉਹ ਜਿੱਥੇ ਕੁ ਤੱਕ ਢੋਲ ਦੀ ਆਵਾਜ਼ ਆਉਂਦੀ ਸੀ ਲੋਕ ਇਕੱਠੇ ਹੋ ਜਾਂਦੇ ਸੀ। ਅਤੇ ਅੱਜ ਜੇਕਰ ਤੁਹਾਡੇ ਪਿੰਡ ਵਿਆਹ ਹੈ ਤਾਂ ਅਸੀਂ 4 ਪਿੰਡਾਂ 'ਚ ਡੀਜੇ ਨਾਲ ਉਹਦਾ ਸੰਚਾਰ ਕਰ ਦਿੰਦੇ ਹਾਂ ਕਿ ਇੱਥੇ ਭਾਈ ਵਿਆਹ ਕਿਸੇ ਦੇ ਨੱਚ ਰਹੇ ਨੇ ਲੋਕ। ਸਾਜੋ ਸਮਾਨ ਅਸੀਂ ਉੱਪਰ ਗੱਲ ਇਹ ਕੀਤੀ ਹੈ ਕਿ ਹੁਣ ਬਾਜਿਆਂ ਦੀ ਜਗ੍ਹਾ 'ਤੇ ਕਿਹੜੀਆਂ ਚੀਜ਼ਾਂ ਨੇ ਲੈ ਲਈਆਂ। ਪਿਆਨੋਜ਼ ਆ ਗਏ, ਵੱਡੇ ਜਿਹੜੇ ਮਤਲਬ ਇਲੈਕਟ੍ਰੋਨਿਕ ਇੰਸਟਰੂਮੈਂਟ ਆ ਗਏ ਜਿਨ੍ਹਾਂ 'ਚ ਕੰਪਿਊਟਰਾਈਜ਼ ਕੰਪੋਜ਼ ਕਰਕੇ ਤੁਸੀਂ ਇੱਕੇ ਸਟੂਡੀਓ 'ਚ ਇੱਕੇ ਬੰਦਾ ਕਾਫੀ ਇੰਸਟਰੂਮੈਂਟਾਂ ਨੂੰ ਕੰਪਿਊਟਰਾਈਜ਼ ਕਰਕੇ ਵਜਾ ਕੇ ਇੱਕ ਗਾਣਾ ਰਿਕਾਰਡ ਕਰ ਸਕਦਾ। ਅਤੇ ਪਹਿਲਾਂ ਜਦੋਂ ਕੋਈ ਗਾਣਾ ਰਿਕਾਰਡ ਕਰਨਾ ਸੀ ਢੋਲਕੀਆਂ ਬਗਦੂ ਛੈਣੇ ਕਾਟੂਆਂ ਚਿਮਟੇ ਹਰ ਇੱਕ ਸਾਜ਼ ਨੂੰ ਵਜਾਉਣ ਵਾਲੇ ਕਲਾਕਾਰ ਹੁੰਦੇ ਸੀ ਜੋ ਕਿ ਰਿਦਮ ਤਾਲ ਪੈਦਾ ਕਰਦੇ ਸੀ, ਜਿਹਦੇ ਵਿੱਚ ਬੜੀ ਸਰਲਤਾ ਹੁੰਦੀ ਸੀ, ਮਨ ਦੇ ਵਿੱਚ ਟਿਕਾ ਲਿਆਉਂਦੇ ਸੀ। ਉਹ ਲੋਕ ਸਾਜ਼ ਸੀ ਜਿਹੜੇ ਸਾਡੇ ਪੁਰਾਣੇ। ਅਤੇ ਅੱਜ ਕੱਲ੍ਹ ਸਾਜੋ ਸਮਾਨ ਦੇ ਪੱਖੋਂ ਇਹਦੇ ਵਿੱਚ ਭੰਗੜੇ ਦਾ ਜਿਹੜਾ ਸਰੂਪ ਬਦਲ ਗਿਆ। ਪਹਿਰਾਵੇ ਦੇ ਪੱਖੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਪੰਜਾਬੀ ਲੋਕ ਨਾਚ ਸੀ ਉਹ ਸਿੱਧੇ ਸਾਦੇ ਕੱਪੜਿਆਂ 'ਚ ਨੱਚ ਲਿਆ ਜਾਂਦਾ ਸੀ ਅਤੇ ਸਿੱਧੇ ਸਾਦੇ ਲੋਕਾਂ ਦਾ ਸਿੱਧੇ ਸਾਦੇ ਸਾਜ਼ਾਂ 'ਤੇ ਨੱਚਿਆ ਜਾਣ ਵਾਲਾ ਲੋਕ ਸਾਜ਼ ਸੀਗਾ ਭੰਗੜਾ। ਅਤੇ ਅੱਜ ਅਸੀਂ ਦੇਖੀਏ ਕਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੰਗੜਿਆਂ ਦੇ ਕੰਪੀਟੀਸ਼ਨ ਹੁੰਦੇ ਨੇ, ਕਾਲਜਾਂ ਅਤੇ ਇੰਟਰਵਰਸਿਟੀ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਟਰੈਡੀਸ਼ਨਲ ਡਰੈਸਿਸ ਨੇ ਉਹਨਾਂ ਨੂੰ ਵੇਖ ਕੇ ਤੁਹਾਡੇ ਨੰਬਰ ਲੱਗਦੇ ਨੇ। ਬਹੁਤ ਸੋਹਣੀਆਂ ਸੋਹਣੀਆਂ ਡਰੈਸਿਸ ਆ ਗਈਆਂ ਕਿਉਂਕਿ ਸਮੇਂ ਨੇ ਲੋਕਾਂ ਨੇ ਤਰੱਕੀ ਕਰ ਲਈ, ਇਸ ਕਰਕੇ ਭੰਗੜੇ ਦੇ ਜਿਹੜੇ ਇਹ ਪਹਿਰਾਵੇ ਦੇ ਪੱਖ ਤੋਂ ਵੀ ਬਹੁਤ ਸਾਰਾ ਜਿਹੜਾ ਬਦਲਾਅ ਦੇਖਣ ਨੂੰ ਮਿਲਦਾ। ਸੋ ਭੰਗੜੇ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਤਬਦੀਲੀਆਂ ਆਈਆਂ ਨੇ। ਹੁਣ ਮੁੰਡੇ ਅਤੇ ਕੁੜੀਆਂ ਸਾਂਝੇ ਰੂਪ 'ਚ ਭੰਗੜਾ ਪਾ ਲੈਂਦੇ ਨੇ, ਕੁੜੀਆਂ ਅਤੇ ਮੁੰਡਿਆਂ ਦਾ ਭੰਗੜਾ ਆਉਣ ਲੱਗ ਪਿਆ। ਸੋ ਬਹੁਤ ਮਤਲਬ ਬਦਲਾਅ ਜਿਹੜਾ ਆਧੁਨਿਕ ਸਮੇਂ ਦੇ ਵਿੱਚ ਭੰਗੜੇ ਦੇ ਵਿੱਚ ਆਇਆ ਹੈ। ਸੋ ਅਗਲਾ ਜਿਹੜਾ ਕੁਐਸਚਨ ਹੈ ਅਸੀਂ ਉਹਨੂੰ ਫੇਰ ਪੜ੍ਹਦੇ ਹਾਂ ਇਸੇ ਵੀਡੀਓ ਦੇ ਵਿੱਚ ਕਿ ਪੰਜਾਬ ਦੇ ਲੋਕ ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ, ਦੱਸੋ। ਉੱਤਰ ਹੈ ਮਰਦਾਂ ਦੇ ਲੋਕ ਨਾਚ, ਮਰਦਾਂ ਦਾ ਗਿੱਧਾ, ਧਮਾਲ, ਖਲੀ, ਹਿਮੜੀ, ਡੰਡਾਸ, ਅਖਾੜਾ, ਗੱਤਕਾ, ਪਠਾਣੀਆਂ, ਫੁੰਮਣੀਆਂ, ਭਗਤ ਨਾਚ, ਜੰਗਮ ਨਾਚ, ਨਾਮਧਾਰੀ ਨਾਚ, ਸੁਖਰਾ ਨਾਚ, ਮਰਕਤ ਨਾਚ ਅਤੇ ਗੁੱਗਾ ਨਾਚ। ਸੋ ਪਿਆਰੇ ਬੱਚੋ ਇਹ ਉਹ ਲੋਕ ਨਾਚ ਨੇ ਜਿਨ੍ਹਾਂ ਦੇ ਨਾਮ ਅਸੀਂ ਨੇ ਉੱਪਰ ਵੀਡੀਓ ਦੇ ਵਿੱਚ ਸਿਰਫ ਨਾਮ ਹੀ ਲਏ ਨੇ, ਇਹਨਾਂ ਬਾਰੇ ਪੜ੍ਹਿਆ ਨਹੀਂ, ਪਰ ਇਹ ਵੀ ਪੰਜਾਬੀ ਲੋਕ ਨਾਚਾਂ ਦੀ ਵੰਨਗੀ ਦੇ ਵਿੱਚ ਆਉਂਦੇ ਹਨ। ਇਸਤਰੀਆਂ ਦੇ ਲੋਕ ਨਾਚਾਂ ਦਾ ਜ਼ਿਕਰ ਹੋਇਆ ਹੈ ਜਿਵੇਂ ਕਿ ਗਿੱਧਾ, ਸੰਮੀ, ਕਿੱਕਲੀ। ਇਹ ਦੇਖੋ ਆਹ ਜਿਹੜਿਆਂ ਦਾ ਅਸੀਂ ਸਿਰਫ ਨਾਮ ਲੈ ਰਹੇ ਹਾਂ ਅਤੇ ਉਹਨਾਂ ਬਾਰੇ ਪੜ੍ਹਿਆ ਨਹੀਂ, ਜਿਵੇਂ ਕਿ ਘੂਮਰ, ਹੁੱਲੇ ਹੁਲਾਰੇ, ਲੁੱਡੀ, ਧਮਾਲ, ਟਿੱਪਰੀ, ਡੰਡਾਸ, ਪਹੂੜਾ ਅਤੇ ਸਪੇਰਾ। ਇਹ ਪੰਜਾਬੀ ਕੁੜੀਆਂ ਦੇ ਉਹ ਲੋਕ ਨਾਚ ਨੇ ਜਿਨ੍ਹਾਂ ਦੇ ਸਿਰਫ ਤੁਹਾਨੂੰ ਨਾਮ ਹੀ ਦੱਸੇ ਨੇ ਅਤੇ ਇਹਨਾਂ ਬਾਰੇ ਬੇਟਾ ਤੁਸੀਂ ਇੰਨਾ ਕੁ ਹੀ ਜਾਣਦੇ ਹੋਵੋਗੇ। ਮੇਬੀ ਜਿਹੜਾ ਵੀ ਕੋਈ ਬੱਚਾ ਇਸ ਵੀਡੀਓ ਨੂੰ ਵੇਖਦਾ, ਜੇਕਰ ਤੁਸੀਂ ਇਹਨਾਂ ਪੰਜਾਬੀ ਨਾਚਾਂ ਬਾਰੇ ਜਾਣਨਾ ਚਾਹੋ ਤਾਂ ਨੈੱਟ ਦੇ ਉੱਪਰ ਬਹੁਤ ਸਾਰੀਆਂ ਫੋਟੋਆਂ ਵੀਡੀਓਜ਼ ਤੁਹਾਨੂੰ ਅਵੇਲੇਬਲ ਹੋਣਗੀਆਂ ਜੇਕਰ ਸਰਚ ਕਰੋ। ਸੋ ਮੈਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਕਿ ਬੱਚੇ ਪੰਜਾਬੀ ਲੋਕ ਨਾਚਾਂ ਨਾਲ ਜ਼ਰੂਰ ਜੁੜਨ। ਸੋ ਅੱਗੇ ਅਸੀਂ ਕੁਐਸਚਨ ਪੜ੍ਹਦੇ ਹਾਂ ਕਿ ਪੰਜਾਬ ਵਿੱਚ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਲੋਕ ਨਾਚਾਂ ਵਿੱਚ ਆਏ ਬਦਲਾਵਾਂ ਬਾਰੇ ਜਾਣਕਾਰੀ ਦਿਓ। ਜਿਹੜੇ ਲੋਕ ਨਾਚਾਂ 'ਚ ਕੀ ਬਦਲਾਵ ਆਏ ਨੇ, ਆਓ ਅਸੀਂ ਪੜ੍ਹਦੇ ਹਾਂ ਕਿ ਪੰਜਾਬ ਵਿੱਚ ਲਗਾਤਾਰ ਬਦਲ ਰਹੀਆਂ ਪ੍ਰਸਥਿਤੀਆਂ ਨੇ ਇੱਥੋਂ ਦੇ ਲੋਕ ਨਾਚਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ, ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਕਿੱਥੇ ਤੱਕ ਪਹੁੰਚ ਗਿਆ, ਸਟੇਜ, ਫਿਲਮਾਂ, ਟੈਲੀਵਿਜ਼ਨ ਤੱਕ ਦੇ ਸਫ਼ਰ ਨੂੰ ਤੈਅ ਕਰ ਚੁੱਕੇ ਹਨ। ਇਸ ਪੜਾਅ 'ਤੇ ਆ ਕੇ ਲੋਕ ਨਾਚ ਆਪਣੇ ਪ੍ਰਯੋਜਨ, ਨਿਭਾਅ, ਪ੍ਰਸੰਗ ਅਤੇ ਨਚਾਰਾਂ ਦੇ ਪੱਧਰ 'ਤੇ ਕਈ ਪ੍ਰਕਾਰ ਦੇ ਬਦਲਾਅ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਅ ਮੁਦਰਾਵਾਂ ਦੇ ਸੰਚਲਨ,
ਗਤੀ ਦੀ ਤੀਬਰਤਾ, ਨਵ ਸਿਰਜਕ ਨਿੱਜੀ ਗੀਤ, ਮੁੱਖ ਬੋਲੀਆਂ ਕਰਕੇ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ ਸ਼ਿੰਗਾਰ, ਸਾਜ਼ ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੋਏ ਹਨ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਬਦਲਾਅ ਆਪਣੇ ਸੱਭਿਆਚਾਰਕ ਇਤਿਹਾਸਕ ਚੌਖਟੇ ਵਿੱਚ ਖੜ੍ਹ ਕੇ ਉਸਾਰੂ ਕਦਰ ਪ੍ਰਣਾਲੀ ਨੂੰ ਗ੍ਰਹਿਣ ਕਰਨ ਹਿੱਤ ਕਰਨਾ ਹੀ ਉਚਿਤ ਹੈ। ਇਹਨਾਂ ਵਿੱਚ ਵਿਦੇਸ਼ੀ ਪ੍ਰਭਾਵ ਪ੍ਰਤੀ ਚੇਤਨ ਹੋਣਾ ਲਾਜ਼ਮੀ ਹੈ। ਅਜਿਹਾ ਸੰਭਵ ਹੋਣ 'ਤੇ ਹੀ ਇਹ ਲੋਕ ਨਾਚ ਸਮੂਹ ਪੰਜਾਬੀਆਂ ਦੇ ਸਰਬਪੱਖੀ ਸੱਭਿਆਚਾਰਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ। ਸੋ ਪਿਆਰੇ ਬੱਚਿਓ, ਅਗਲੀ ਅਸੀਂ ਜਿਹੜੀ ਤੁਹਾਡੇ ਨਾਲ ਫੋਟੋ ਸਾਂਝੀ ਕਰ ਰਹੇ ਹਾਂ, ਇਹਦੇ ਵਿੱਚ ਇਹ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਲੋਕ ਨਾਚ ਨੇ ਇਹਨਾਂ ਦਾ ਸਰੂਪ ਕਿੱਦਾਂ ਦਾ ਬਣ ਗਿਆ ਅੱਜ ਦੇ ਸਮੇਂ 'ਚ। ਪਹਿਲਾਂ ਅਸੀਂ ਪੁਰਾਤਨ ਲੋਕ ਨਾਚਾਂ ਦੀ ਗੱਲ ਕਰਦੇ ਹਾਂ, ਅੱਜ ਜਿਹੜੇ ਇਹ ਲੋਕ ਨਾਚ ਨੇ ਕਿੱਥੇ ਪਹੁੰਚ ਗਏ। ਵੈਸੇ ਤਾਂ ਤਰੱਕੀ ਹੋਈ ਆ, ਪਰ ਬੇਟਾ ਇਸ ਤਰੱਕੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਗਵਾ ਦਿੱਤੀਆਂ ਹਨ। ਲੋਕ ਨਾਚਾਂ ਦਾ ਅਜੋਕਾ ਸਰੂਪ ਕਿੱਦਾਂ ਦਾ, ਆਓ ਜਾਣਦੇ ਹਾਂ। ਮੁਦਰਾਵਾਂ ਵਿੱਚ ਗਤੀ ਦੀ ਤੀਬਰਤਾ, ਹੁਣ ਬੜਾ ਲਚਕ ਕੇ ਮਾਈਕਲ ਜੈਕਸਨ ਵਾਲੇ ਜਿਹੜੇ ਸਟਾਈਲ ਨੇ ਉਹ ਭੰਗੜੇ 'ਚ ਪਾਤੇ ਅਸੀਂ ਨੇ। ਪਿੰਡਾਂ ਤੋਂ ਸਟੇਜਾਂ, ਪਿੰਡਾਂ 'ਚ ਹੀ ਪਹਿਲਾਂ ਨੱਚਿਆ ਜਾਂਦਾ ਸੀ, ਫਿਰ ਸਟੇਜਾਂ 'ਤੇ ਆ ਗਿਆ। ਸਟੇਜਾਂ ਤੋਂ ਫਿਲਮਾਂ ਦੇ ਵਿੱਚ ਆ ਗਿਆ ਇਹ ਲੋਕ ਨਾਚ, ਫਿਲਮਾਂ ਤੋਂ ਬਾਅਦ ਟੈਲੀਵਿਜ਼ਨਾਂ 'ਤੇ ਆ ਗਏ, ਅਤੇ ਹੁਣ ਅਸੀਂ ਕਹ ਲਈਏ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ ਵਿਦੇਸ਼ਾਂ ਦੇ ਲੋਕ ਵੀ ਸਾਡੇ ਇਹਨਾਂ ਲੋਕ ਨਾਚਾਂ ਨੂੰ ਨੱਚਦੇ ਨੇ। ਨਵ ਸਿਰਜਣਾ, ਹੁਣ ਇਹਦੇ ਵਿੱਚ ਨਵੀਆਂ ਜਿਹੜੀਆਂ ਪੁਰਾਣੀਆਂ ਬੋਲੀਆਂ ਦੀ ਥਾਂ 'ਤੇ ਨਵੀਆਂ ਬੋਲੀਆਂ ਆ ਗਈਆਂ। ਇਹਦੇ ਵਿੱਚ ਨਿੱਜੀ ਬੋਲੀਆਂ ਆ ਗਈਆਂ। ਹੁਣ ਹਰੇਕ ਬੰਦਾ ਆਪਣੇ ਮਨ ਦੀ ਗੱਲ ਆਪਣੇ ਸਟਾਈਲ 'ਚ ਕਹਿੰਦਾ। ਇਹਨਾਂ ਗੀਤਾਂ ਦੇ ਵਿੱਚ ਪਹਿਲਾਂ ਇੱਕ ਬੋਲਣ ਵਾਲਾ ਸਾਰੇ ਬੰਦਿਆਂ ਨੂੰ ਰਿਪਰਜੈਂਟ ਕਰਦਾ ਸੀ ਕਿ ਇਹ ਮੇਰੀ ਬੋਲੀ ਸਾਰਿਆਂ ਦੀ ਬੋਲੀ ਆ, ਪਰ ਹੁਣ ਕੁਝ ਉਹਨਾਂ ਬੋਲੀਆਂ ਦੀ ਥਾਂ 'ਤੇ ਨਿੱਜੀ ਬੋਲੀਆਂ ਨੇ ਲੈ ਲਈ ਹੈ। ਸਟੇਜੀ ਜ਼ਰੂਰਤ, ਹੁਣ ਜਿਹੜੀਆਂ ਸਟੇਜ ਦੇ ਉੱਪਰ ਜਦੋਂ ਭੰਗੜੇ ਨੂੰ ਪਾਉਂਦੇ ਨੇ, ਫਿਰ ਉਹਦੇ ਲਈ ਇੱਕ ਟਰੈਡੀਸ਼ਨਲ ਡਰੈਸਿਸ ਹੋ ਗਈਆਂ ਕਿ ਪਹਿਲਾਂ ਸਿੱਧੇ ਸਾਦੇ ਕੱਪੜਿਆਂ 'ਚ ਭੰਗੜਾ ਪਾਇਆ ਜਾ ਸਕਦਾ ਸੀ। ਸਟੇਜੀ ਜ਼ਰੂਰਤ, ਇਹਦੇ ਲਈ ਪੁਸ਼ਾਕ, ਹਾਰ ਸ਼ਿੰਗਾਰ, ਸਾਜੋ ਸੰਗੀਤ, ਇਹ ਚੀਜ਼ਾਂ ਵੀ ਆਧੁਨਿਕ ਜਿਹੜੇ ਸਾਡੇ ਭੰਗੜੇ ਨੇ ਜਾਂ ਸਾਡੇ ਲੋਕ ਨਾਚ ਨੇ ਉਹਨਾਂ ਦੇ ਵਿੱਚ ਇਹ ਸ਼ਾਮਲ ਹੋ ਗਈਆਂ। ਸੋ ਇਹ ਪਿਆਰੇ ਬੱਚਿਓ ਜਿਹੜਾ ਅਸੀਂ ਨੇ ਪੰਜਾਬੀ ਲੋਕ ਨਾਚਾਂ ਨਾਲ ਸੰਬੰਧਿਤ 5-6 ਭਾਗਾਂ ਦੇ ਵਿੱਚ ਇੱਕ ਵੀਡੀਓ ਬਣਾਉਣ ਦਾ ਉਪਰਾਲਾ ਕੀਤਾ। ਸੋ ਆਸ ਕਰਦੇ ਹਾਂ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਪੰਜਾਬੀ ਐਜੂਕੇਸ਼ਨ ਚੈਨਲ ਨਾਲ ਜੁੜ ਕੇ ਜੇਕਰ ਭਵਿੱਖ ਦੇ ਵਿੱਚ ਉਹ ਆਪਣੇ ਪੰਜਾਬੀ ਲੋਕ ਨਾਚਾਂ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ ਤਾਂ ਕਿਰਪਾ ਕਰਕੇ ਉਹ ਇਸ ਵੀਡੀਓ ਨੂੰ ਜ਼ਰੂਰ ਵੇਖਣ ਅਤੇ ਸ਼ੇਅਰ ਕਰਨ। ਉਮੀਦ ਕਰਦੇ ਹਾਂ ਕਿ ਤੁਸੀਂ ਭੰਗੜੇ ਅਤੇ ਪੰਜਾਬੀ ਲੋਕ ਸਾਜ਼ਾਂ ਬਾਰੇ, ਪੰਜਾਬੀ ਲੋਕ ਨਾਚਾਂ ਬਾਰੇ ਜੇਕਰ ਗਹਿਰਾਈ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਸਕੂਲ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਜਾਓ ਬੇਟਾ, ਇਹਨਾਂ ਕਿਤਾਬਾਂ ਦੇ ਵਿੱਚੋਂ ਜਾਣਕਾਰੀ ਹਾਸਲ ਕਰੋ। ਇੰਟਰਨੈੱਟ ਦੇ ਉੱਪਰ ਇਹਨਾਂ ਲੋਕ ਨਾਚਾਂ ਦੇ ਹਿਸਟਰੀ ਨੂੰ ਵੇਖੋ, ਵੀਡੀਓ ਨੂੰ ਵੇਖੋ ਅਤੇ ਲੋਕ ਨਾਚਾਂ ਨੂੰ ਖੁਦ ਨੱਚੋ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਪਹਿਰਾਵੇ ਨੂੰ, ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਿਤ ਕਰੋ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।